ਸਤਿ ਸ੍ਰੀ ਅਕਾਲ। ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਕਮਲਪ੍ਰੀਤ ਸਿੰਘ ਤੇ ਰੋਜ਼ਾਨਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ। ਨਵਜੋਤ ਸਿੰਘ ਸਿੱਧੂ ਨੇ ਕਿਹਾ ਮੁੱਖ ਮੰਤਰੀ 'ਚ ਕੋਈ ਹੰਕਾਰ ਨਹੀਂ। ਸਰਹੰਦ ਫੀਡਰ 'ਚ ਪਿਆ 100 ਫੁੱਟ ਦਾ ਪਾੜ, ਵੱਡੇ ਪੱਧਰ ਤੇ ਨੁਕਸਾਨ ਦਾ ਖਦਸ਼ਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਭਖਤੇ ਮਸਲਿਆਂ ਸੰਬੰਧੀ ਪੰਜਾਬ ਭਰ ਵਿੱਚ ਦਿੱਤੇ ਗਏ ਮੰਗ ਪੱਤਰ। ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ, ਇੱਟਾਂ ਮਾਰ ਕੇ ਵਿਅਕਤੀ ਦਾ ਕਤਲ। ਅਤੇ ਅੰਮ੍ਰਿਤਸਰ ਸੈਕਟਰ 'ਚ BSF ਨੇ ਸੁੱਟਿਆ ਪਾਕਿਸਤਾਨੀ ਡਰੋਨ, 10 ਕਿਲੋ ਹੈਰੋਇਨ ਬਰਾਮਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਪਲੇਠੀ ਮੁਲਾਕਾਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਸਿੱਧੂ ਨੇ ਆਖਿਆ ਕਿ ਉਹ ਫੁੱਲਾਂ ਦਾ ਗੁਲਦਸਤਾ ਨਹੀਂ ਲੈ ਕੇ ਆਇਆ, ਪੰਜਾਬ ਦੇ ਮੁੱਦੇ ਲੈ ਕੇ ਆਇਆ ਹੈ। ਮੁੱਖ ਮੰਤਰੀ 'ਚ ਕੋਈ ਹੰਕਾਰ ਨਹੀਂ ਹੈ, ਉਮੀਦ ਹੈ ਕਿ ਉਹ ਕੰਮ ਕਰਨਗੇ। ਉੱਥੇ ਹੀ ਆਪ ਦੇ ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਗਰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਨਾਲ ਮਿਲ ਕੇ ਸੂਬੇ ਦੇ ਮੁੱਦਿਆਂ ਤੇ ਵਿਚਾਰ ਕਰਨ ਜਾ ਰਹੇ ਹਨ ਤਾਂ ਇਸ ਵਿੱਚ ਕੁਝ ਗਲਤ ਨਹੀਂ ਹੈ, ਕਿਉਂਕਿ ਮੁੱਖ ਮੰਤਰੀ ਸਭ ਦਾ ਸਾਂਝਾ ਹੁੰਦਾ ਹੈ ਤੇ ਸੂਬੇ ਦੀ ਤਰੱਕੀ ਨਾਲ ਸੰਬੰਧਿਤ ਕੋਈ ਵੀ ਰਾਏ ਮਸ਼ਵਰਾ ਰਾਜਨੀਤਿਕ ਸੋਚ ਤੋਂ ਹਟ ਕੇ ਕੀਤਾ ਜਾ ਸਕਦਾ ਹੈ। पॉजिटिव मीटिंग में बहुत पॉजिटिव इस करके कि देखो ਜਦੋਂ ਕੋਈ ਬੰਦਾ ਰਿਸੈਪਟਿਵ ਹੁੰਦਾ ਤਾਂ ਹੀ ਤੁਹਾਨੂੰ 50 ਮਿੰਟ ਦਾ ਪਤਾ ਨਹੀਂ ਲੱਗਦਾ, ਨਹੀਂ ਤੇ ਵਕਤ ਠਹਿਰ ਜਾਂਦਾ। ਜਿੱਥੇ ਤੁਹਾਨੂੰ ਇਹ ਲੱਗਦਾ ਹੈ ਕਿ ਬੰਦਾ ਰਿਸੈਪਟਿਵ ਨਹੀਂ ਸਾਹਮਣੇ ਤੇ ਵਕਤ ਠਹਿਰ ਜਾਂਦਾ। ਤੇ ਪਾਈਏ ਮੈਂ ਆਪਣੀ ਸਰਕਾਰ 'ਚ ਆਪਣੇ ਮੁੱਖ ਮੰਤਰੀਆਂ ਨੂੰ ਕਹਿੰਦਾ ਰਿਹਾ, ਪਹਿਲੀ ਕੈਬਨਿਟ 'ਚ ਕੈਪਟਨ ਅਮਰਿੰਦਰ ਸਿੰਘ ਇਹ ਬੰਦ ਕਰ ਚੋਰੀ, ਬਣਾ ਇਹ ਰੂਲ, ਆਹ ਚੱਕ, ਆਹ ਕਾਨੂੰਨ ਖੜਾ ਕਰ। ਕੋਈ ਨਵਾਂ ਉਹ ਤਾਂ ਨਹੀਂ, ਕਿਸੇ ਦਾ ਨਾਂ ਨਹੀਂ ਹੈਗਾ, ਸਿਸਟਮ ਦੀ ਲੜਾਈ ਜਾਰੀ। वो इंसाफ जरूर दिलवाएंगे। केजरीवाल साहब ਤੇ ਮੈਨੂੰ ਪੂਰੀ ਆਸ ਹੈ, ਵਿਸ਼ਵਾਸ ਹੈ ਕਿ ਉਹ ਇਨਸਾਫ ਜ਼ਰੂਰ ਦਿਲਵਾਉਣਗੇ। ਕਿ ਤੁਹਾਨੂੰ ਭਾਵਨਾ ਨਹੀਂ ਮਿਲੀ ਹੈ, ਤੁਸੀਂ ਵਿਧਾਇਕ ਹੀ ਰਹਿ ਗਏ, ਮੰਤਰੀ ਬਣਨਾ ਚਾਹੁੰਦੇ ਸੀ ਤਾਂ ਵਧੀਆ ਕਾਰਵਾਈ ਹੋ ਸਕਦੀ। नहीं देखो, जो साढ़े मंत्री बने ने बहुत काबिल मंत्री ने, नवे मंत्री बने ने ਇਹਦਾ मतलब ਇਹ नहीं है कि वो हर काम ਦੇ ਵਿੱਚ ਨਵੇਂ ਨੇ। ठीक है, नवे मंत्री बने ने, पहली बार बने ने, वो सारे वधिया काम करेंगे। सर आप अमृतसर से हैं, अमृतसर के नवजोत सिंह सिद्धू हार चुके हैं और कांग्रेस में भी नवजोत सिंह सिद्धू का वजूद जो है ख़त्म हो चुका है, लेकिन आज वो भगवंत मान से मिल रहे हैं, उसको कैसे देखते हैं आप? नहीं देखिए, पार्टी अलग अलग होती हैं, विचारधारा अलग अलग होती है। मैं तो यही कहूँगा कि हर एक लीडर को हर एक लीडर से मिलना चाहिए। तो कोई भी पार्टी का लीडर, किसी भी पार्टी का लीडर अगर मुख्यमंत्री को मिलने जाता है और कोई मांग रखता है या कोई सलाह देना चाहता है तो कोई बात नहीं, किसी भी पार्टी का कोई लीडर जा सकता है, क्योंकि जो मुख्यमंत्री होता है वो सबका होता है। ठीक है कि वो एक पार्टी का नहीं होता है, लेकिन वो सबको, सारी जनता का ख्याल रखना है। तो नवजोत सिंह सिद्धू को कोई सलाह देनी है या कोई मांग रखनी है तो किसी भी समय मुख्यमंत्री जी को या किसी भी मंत्री को या आम आदमी पार्टी के किसी भी लीडर को मिल सकती है। ਸਰਹੰਦ ਫੀਡਰ 'ਚ ਬੀਤੀ 8 ਮਈ ਨੂੰ ਦੇਰ ਸ਼ਾਮ ਫਿਰ ਤੋਂ ਕਰੀਬ 100 ਫੁੱਟ ਤੋਂ ਜ਼ਿਆਦਾ ਪਾੜ ਪੈ ਗਿਆ ਹੈ, ਜਿਸ ਕਾਰਨ ਦੋਵੇਂ ਨਹਿਰਾਂ ਦਾ ਪਾਣੀ ਆਪਸ ਵਿੱਚ ਮਿਲ ਕੇ ਵਹਿਣਾ ਸ਼ੁਰੂ ਹੋ ਗਿਆ। ਇਸ ਉਪਰੰਤ ਸਰਹੰਦ ਫੀਡਰ ਪਿੰਡ ਥਾਂਦੇ ਵਾਲੇ ਤੇ ਖਿੜਕੀਆਂ ਵਾਲੇ ਪਾਸੇ ਵੀ ਟੁੱਟਣੀ ਸ਼ੁਰੂ ਹੋ ਚੁੱਕੀ ਹੈ। ਪਿੰਡ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਦੋਵੇਂ ਪਿੰਡ ਡੁੱਬਣ ਦੀ ਕਗਾਰ ਤੇ ਹਨ। ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਆਪਣੇ ਪੱਧਰ ਤੇ ਟਰੈਕਟਰਾਂ ਦੀ ਮਦਦ ਨਾਲ ਪਿੰਡਾਂ ਵਾਲੇ ਪਾਸੇ ਮਿੱਟੀ ਪਾ ਕੇ ਨਹਿਰਾਂ ਨੂੰ ਟੁੱਟਣ ਤੋਂ ਬਚਾਇਆ। ਬਾਈ ਜੀ ਬਹੁਤ ਵੱਡਾ ਦੁਖਾਂਤ ਆ। ਇੱਕ ਤਾਂ ਪਹਿਲਾਂ ਜਿਹੜੀ ਹੈਗੀ ਆ ਹਜੇ ਤਕਰੀਬਨ 20-25 ਦਿਨ ਹੋਏ ਹੋਣੇ ਆ ਕਿ ਨਹਿਰ ਇਹ ਟੁੱਟ ਗਈ ਸੀ। ਅੱਜ ਦੂਜੀ ਵਾਰੀ ਫੇਰ ਆ, ਤੁਸੀਂ ਵੇਖਿਆ ਹੀ ਹੋਊਗਾ, ਸਾਰਾ ਕੈਦ ਕੀਤਾ ਹੋਣਾ ਕੈਮਰੇ ਦੇ ਵਿੱਚ। ਜਿੰਨੀਆਂ ਪਰੜੀਆਂ ਦੋਵੇਂ ਖੁਰ ਕੇ ਨਹਿਰ ਦੇ ਵਿੱਚ ਚਲੀਆਂ ਗਈਆਂ, ਸਿਰਫ ਤੇ ਸਿਰਫ ਸਾਡਾ ਮੌਤ ਦੇ ਵਿੱਚ ਜਿਹੜਾ ਫਾਸਲਾ ਸੀਗਾ ਉਹ ਸਿਰਫ 4 ਫੁੱਟ ਦਾ ਰਹਿ ਗਿਆ। 4 ਫੁੱਟ ਦਾ ਫਾਸਲਾ ਰਹਿ ਗਿਆ, ਨਹੀਂ ਤਾਂ ਜਿਹੜੀ ਨਹਿਰ ਟੁੱਟ ਕੇ ਪਿੰਡ ਵਿੱਚ ਚਲੀ ਜਾਣੀ ਸੀ। ਇਹ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਰਹੇ ਵੀ ਮਿਹਨਤ ਵਾਲੀ ਗੱਲ ਆ, ਵੀ ਇੱਥੇ ਚੰਗਾ ਮਟੀਰੀਅਲ ਲੱਗ ਜੇ, ਸਾਰਾ ਕੁਝ ਵਧੀਆ ਹੋ ਜੇ, ਪਰ ਪ੍ਰਸ਼ਾਸਨ ਨੇ ਸਾਡੀ ਇੱਕ ਨਹੀਂ ਸੁਣੀ ਗੀ। ਰਾਤ ਅਸੀਂ 9:30 ਵਜੇ, 9 ਤੋਂ ਲੈ ਕੇ 9:30 ਦੇ ਵਿੱਚ ਜਿਹੜਾ ਇੱਥੇ ਕੰਮ ਹੋਇਆ ਤੇ ਸਾਰਾ ਪਿੰਡ ਅਸੀਂ ਪਹੁੰਚ ਗਿਆ ਸੀਗਾ। ਕੋਈ JCB ਨਹੀਂ ਇੱਥੇ ਆਈ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ, ਨਾ ਕੋਈ ਸਿਵਲ ਦਾ ਆਇਆ, ਕੋਈ ਨਾ ਨਹਿਰੀ ਵਿਭਾਗ ਦਾ ਆਇਆ। ਤੇ ਬੜਾ ਜਿਹੜਾ ਹੈਗਾ ਇੱਥੇ ਵੱਡਾ ਦੁਖਾਂਤ ਅੱਜ ਦੁਬਾਰਾ ਫੇਰ ਹੋ ਗਿਆ ਸੀ। ਕਿੰਨੇ ਫੁੱਟ ਦਾ ਪਾੜ ਪਿਆ ਜਿਹੜਾ ਜੀ? ਬਾਈ ਘੱਟੋ ਘੱਟ ਹੈਗਾ ਵੀ 150 ਫੁੱਟ ਦਾ ਪਾੜ ਆ। ਪਾੜ ਆਖਿਆ ਤਾਂ ਕੀ ਜੀ, ਦੋਹੇ ਜਿਹੜੀਆਂ ਹੈਗੀਆਂ ਵਿਚਾਲੜਲੀ ਪਰੜੀ ਟੁੱਟ ਕੇ, ਤੇ ਇੱਕ ਤਾਂ ਖਿੜਕੀ ਵਾਲੇ ਪਿੰਡ ਨੂੰ ਪਾਣੀ ਚੱਲਣ ਵਾਲਾ ਸੀਗਾ ਤੇ ਇੱਕ ਥਾਂਦੇ ਵਾਲੇ ਨੂੰ। ਵਿਚਾਲੜਲੀ ਪਰੜੀ ਵੀ ਟੁੱਟ ਗਈ ਤੇ ਦੂਜੀਆਂ ਦੋਵੇਂ ਸਾਈਡਾਂ ਵਾਲੀਆਂ ਪਰੜੀਆਂ ਵੀ ਟੁੱਟ ਗਈਆਂ। ਤੇ ਉਹੀ ਜਗ੍ਹਾ ਹੈਗੀ ਇੱਕ ਆਰੀ ਪਹਿਲਾਂ ਵੀ ਇੱਥੋਂ 20-25 ਦਿਨ ਪਹਿਲਾਂ ਟੁੱਟ ਕੇ ਹਟੀ ਗਈ।
ਪ੍ਰਸ਼ਾਸਨ ਨੂੰ ਇਸ ਸੰਬੰਧੀ ਕੋਈ ਅਧਿਕਾਰੀ ਜਾਂ ਕੋਈ ਹੋਰ ਪ੍ਰਸ਼ਾਸਨ ਦਾ ਆਇਆ ਕੋਈ? ਬਈ ਇੱਥੇ ਕੋਈ ਨਹੀਂ ਆਇਆ, ਨਾ ਰਾਤ ਦਾ ਇਹ ਕੰਮ ਹੋਇਆ ਪਿਆ, ਸਿਰਫ ਪੁਲਿਸ ਦੇ 2 ਮੁਲਾਜ਼ਮ ਆਏ ਸੀਗੇ ਕਿ 3 ਹੋਣਗੇ, ਇਹਦੇ ਸਿਵਾਏ ਕੋਈ ਅਧਿਕਾਰੀ ਇੱਥੇ ਸਾਨੂੰ ਮਿਲਣ ਨਹੀਂ ਆਇਆ। ਕੋਈ JCB ਮਸ਼ੀਨ ਨਹੀਂ ਚੱਲੀ, ਕਿਸੇ ਨੇ ਕੋਈ ਪ੍ਰਬੰਧ ਨਹੀਂ ਕੀਤਾ, ਤੇ ਕੁੱਲ ਮਿਲਾ ਕੇ ਬਹੁਤ ਕੋਈ ਸਾਨੂੰ ਲੱਗਿਆ ਨਹੀਂ ਗਾ ਕੋਈ ਕਿਸੇ ਨੇ ਸਾਡੀ ਬਾਹ ਫੜੀ ਹੋਵੇ। ਮੰਗ ਕੀ ਕਰਦੇ? ਮੰਗ ਤਾਂ ਇਹੀ ਹੈ ਜੀ, ਇਹਦੀ ਜਿਹੜੀ ਜਾਂਚ ਇੱਕ ਵੱਡੇ ਪੱਧਰ ਤੇ ਹੋਣੀ ਚਾਹੀਦੀ ਆ, ਪੰਜਾਬ ਪੱਧਰ ਤੇ ਇਹਦੀ ਜਾਂਚ ਹੋਵੇ, ਪਤਾ ਲੱਗੇ ਵੀ ਇਹਦੇ 'ਚ ਹੈ ਕੀ ਆ, ਮਲਵਾ ਕੀ ਆ, ਕਿ ਮਟੀਰੀਅਲ ਇਹਨਾਂ ਨੇ ਮਾੜਾ ਲਾਇਆ। ਤੇ ਇੱਕ ਸਾਨੂੰ ਇੱਕ ਬੜੀ ਜਿਹੜੀ ਖਸਤਾ ਇਹ ਆ, ਇਹਨਾਂ ਨੇ ਕੀ ਆ ਕਿ ਪੋਲੀਥੀਨ ਪਾ ਕੇ ਉਹਦੇ ਉੱਤੇ ਜਿਹੜਾ ਕੰਕਰੀਟ ਪਾਉਂਦੇ ਆ, ਪੋਲੀਥੀਨ ਤੇ ਕੰਕਰੀਟ ਦਾ ਜਿਹੜਾ ਹੈਗਾ ਉਹ ਗ੍ਰਿਪ ਨਹੀਂ ਬਣਦਾ, ਉਸ ਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਉਹ ਨਹਿਰ ਵਾਰੀ ਟੁੱਟਦੀ ਹੈ। ਪੋਲੀਥੀਨ ਇੱਥੇ ਪਾਉਣਾ ਨਹੀਂ ਚਾਹੀਦਾ ਗਾ, ਕਿਉਂਕਿ ਜੇ ਪੋਲੀਥੀਨ ਨਾ ਹੋਵੇ ਤਾਂ ਉਹਦਾ ਗ੍ਰਿਪ ਬਣੇ ਤੇ ਉਹ ਮਜ਼ਬੂਤੀ ਬਣੇ, ਪੋਲੀਥੀਨ ਦੇ ਕਰਕੇ ਉਹ ਗ੍ਰਿਪ ਨਹੀਂ ਬਣਦਾ ਗਾ ਤੇ ਵਾਰ-ਵਾਰ ਨਹਿਰ ਵੀ ਟੁੱਟਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅੱਜ ਪੰਜਾਬ ਭਰ 'ਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ। ਇਸੇ ਕੜੀ ਤਹਿਤ ਪਟਿਆਲਾ ਵਿਖੇ ਅਕਾਲੀ ਦਲ ਵੱਲੋਂ ਬਿਜਲੀ ਦੀ ਸਮੱਸਿਆ, ਕਿਸਾਨਾਂ ਨੂੰ ਮੁਆਵਜ਼ੇ, ਅਮਨ ਅਤੇ ਕਾਨੂੰਨ ਦੀ ਵਿਵਸਥਾ, ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਆਦਿ ਕਈ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸੀ ਅਤੇ ਬਹੁਤ ਗਰੰਟੀਆਂ ਕੇਜਰੀਵਾਲ ਵੱਲੋਂ ਦਿੱਤੀਆਂ ਗਈਆਂ ਸਨ, ਪਰ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗ ਪਏ ਹਨ। ਉੱਥੇ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨੇ ਵਿੰਨੇ। ਅੱਜ ਅਸੀਂ DC ਸਾਹਿਬ ਨੂੰ ਮਿਲੇ ਹਾਂ, SSP ਸਾਹਿਬ ਨੂੰ ਮਿਲੇ ਹਾਂ। ਸਭ ਤੋਂ ਵੱਡਾ ਰੀਜ਼ਨ ਕੀ ਹੈ ਕਿ ਤੁਹਾਨੂੰ ਪਤਾ ਹੈ ਵੀ ਪਿੱਛੇ ਫਸਲ ਖਰਾਬ ਹੋ ਗਈ ਸੀ ਕਣਕ ਦੀ, ਫਿਰ ਮਾਰਚ ਦੇ ਮਹੀਨੇ ਦੇ ਵਿੱਚ ਗਰਮੀ ਵੱਧ ਗਈ, ਕਣਕ ਦਾ ਨਿਕਾਲ ਬਹੁਤ ਘਟ ਗਿਆ। ਉਹਦੇ ਇੱਕ ਤਾਂ ਮੁਆਵਜ਼ੇ ਦੇ ਲਈ ਜੋ ਕਣਕ ਖਰਾਬ ਹੋ ਗਈ ਉਹਦੇ ਲਈ, ਦੂਜਾ ਜਿਹੜਾ ਨਿਕਾਲ ਘਟਿਆ ਉਹਦੇ ਲਈ ਘੱਟੋ ਘੱਟ 500 ਰੁਪਈਆ ਕੁਆਂਟਲ ਮੁਆਵਜ਼ਾ ਸਰਕਾਰ ਦੇਣ ਦੀ ਗੱਲ ਕਰਦੇ ਹਾਂ ਕਿ 250 ਰੁਪਈਆ ਸੈਂਟਰ ਸਰਕਾਰ ਦੇ ਦੇਵੇ, 250 ਰੁਪਈਆ ਪੰਜਾਬ ਸਰਕਾਰ ਦੇ ਦੇਵੇ, ਤਾਂ ਕਿ ਤੁਸੀਂ ਦੇਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸੁਸਾਈਡ ਕੇਸ ਹੋਏ ਨੇ। ਇਹ ਜੈਨੂਅਨ ਰੀਜਨ ਹੈ ਕਿ ਉੱਧਰੋਂ ਸੋਸਾਇਟੀਆਂ ਵਾਲੇ ਤੁਸੀਂ ਦੇਖਿਆ ਜੀ ਬੰਦੇ ਨੂੰ ਫੜਨੇ ਸ਼ੁਰੂ ਕਰਤਾ ਸੀਗਾ, ਤੇ ਵਿਚਾਰੇ ਲੋਕ ਕੀ ਕਰਨ, ਆੜ੍ਹਤੀ ਵੀ ਪੈਸੇ ਮੰਗਦਾ, ਡੀਜ਼ਲ ਮਹਿੰਗਾ ਹੋ ਗਿਆ, ਦਵਾਈਆਂ ਮਹਿੰਗੀਆਂ ਹੋ ਗਈਆਂ, ਰੇਹ ਮਹਿੰਗਾ ਹੋ ਗਿਆ, ਹਰ ਚੀਜ਼ ਮਹਿੰਗੀ ਹੋ ਗਈ। ਸੋ ਕਿਸਾਨ ਦੀ ਜੈਨੂਅਨ ਪ੍ਰੋਬਲਮ ਹੈ, ਇਹ ਮਸਲਾ ਹੱਲ ਕਰਨ ਵਾਲੀ ਗੱਲ ਹੈ। ਦੂਜੀ ਬਿਜਲੀ ਦੀ ਗੱਲ ਵੀ ਹੈ। ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਦੇ ਵਿੱਚ ਬਿਜਲੀ ਸਰਪਲਸ ਹੋ ਗਈ ਸੀਗੀ, ਅਸੀਂ ਨਵੇਂ ਥਰਮਲ ਪਲਾਂਟ ਲਾਏ ਸੀ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਵੀ ਹਰ ਸਾਲ ਬਿਜਲੀ ਦੀ ਮੰਗ ਵਧਦੀ ਹੈ। ਪਿਛਲੇ 5 ਸਾਲ ਦੇ ਵਿੱਚ ਇੱਕ ਵੀ ਯੂਨਿਟ ਪੈਦਾ ਨਹੀਂ ਕੀਤਾ ਹੈ, ਇੱਕ ਵੀ ਯੂਨਿਟ ਪੈਦਾ ਨਹੀਂ ਕੀਤਾ ਕਾਂਗਰਸ ਸਰਕਾਰ ਨੇ। ਅੱਜ ਜਿਹੜੀ ਇਹ ਸਰਕਾਰ ਹੈ ਇਹ ਕੋਈ ਉਦਮ ਹੀ ਨਹੀਂ ਕਰ ਰਹੀ। ਤੁਸੀਂ ਦੇਖਿਆ ਕਿ ਕਿੰਨੇ ਕੱਟ ਲੱਗ ਰਹੇ ਨੇ ਲੋਕਾਂ ਦੇ, ਹੁਣ ਜਿਹੜੇ ਟਮਾਟਰ ਸੁੱਕ ਰਹੇ ਨੇ, ਸਬਜ਼ੀਆਂ ਸੁੱਕ ਰਹੀਆਂ ਨੇ, ਬਹੁਤ ਪਾਉਣੀਆਂ, ਤੇ ਉਹਦਾ ਵੀ ਨੁਕਸਾਨ ਹੋ ਰਿਹਾ ਕਿ ਉਹਦਾ ਵੀ ਸਰਕਾਰ ਇੰਤਜ਼ਾਮ ਕਰੇ, ਕਿਉਂਕਿ ਪਹਿਲੀ ਗਰੰਟੀ ਦਿੱਤੀ ਸੀ। ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀ ਕਿ ਮੈਂ ਕਹਿੰਦਾ ਨਹੀਂ ਹਾਂ, ਮੈਂ ਤਾਂ ਤੁਹਾਨੂੰ ਗਰੰਟੀ ਦੇ ਕੇ ਚੱਲਿਆ 24 ਘੰਟੇ ਬਿਜਲੀ ਤੇ ਮੁਫਤ ਬਿਜਲੀ, ਨਾ ਮੁਫਤ ਹੋਈ ਨਾ 24 ਘੰਟੇ ਹੋਈ, ਕੋਈ ਗੱਲ ਵੀ ਨਹੀਂ ਹੋਈ ਜੀ। ਤੇ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ, ਜੋ ਆਪਣੇ ਪਟਿਆਲੇ ਦੇ ਵਿੱਚ ਹੋਇਆ ਹੈ, ਇਹ ਮੇਰਾ ਖਿਆਲ ਹੈ ਘਟਨਾ ਸਭ ਤੋਂ ਸ਼ਾਂਤ ਪਟਿਆਲਾ ਹੈ। ਸਰਕਾਰ ਕੋਲ ਪਹਿਲਾਂ ਇਨਫੋਰਮੇਸ਼ਨ ਹੈ, ਇੰਟੈਲੀਜੈਂਸ ਨੇ ਵੀ ਦੱਸਤਾ, ਸਾਡੇ ਲੋਕਾਂ ਨੇ ਵੀ ਦੱਸਤਾ ਕਿ ਜੀ ਇਹ ਹੋ ਰਿਹਾ, ਤੁਸੀਂ ਇਹਨੂੰ ਰੋਕ ਦਿਓ। ਉਹ ਨਹੀਂ ਰੋਕਿਆ ਗਿਆ, ਨਹੀਂ ਰੋਕਿਆ ਗਿਆ ਤਾਂ ਕਿੰਨਾ ਬੜਾ ਸਾਰੀ ਦੁਨੀਆ ਦੇ ਵਿੱਚ ਇਹਦਾ ਮਾੜਾ ਅਸਰ ਪਿਆ। ਦੇਖੋ, ਜੇ ਕਿਤੇ ਵੀ ਕੋਈ ਬਾਹਰੋਂ ਬਿਜ਼ਨਸਮੈਨ ਆਉਂਦਾ ਹੈ, ਕੋਈ ਇੰਡਸਟਰੀਸਟ ਆਉਂਦਾ, ਸਭ ਤੋਂ ਪਹਿਲਾਂ ਆਪ ਸਟੇਟ ਦੀ ਸ਼ਾਂਤੀ ਦੇਖਦਾ ਕਿ ਮੈਂ ਕੰਮ ਕਰ ਸਕਦਾ, ਕੋਈ ਧੱਕਾ ਤਾਂ ਨਹੀਂ ਹੋਊਗਾ, ਜਾਂ ਕੋਈ ਇੱਥੇ ਰਾਈਟਸ ਦੀ ਵਾਲੀ ਗੱਲ ਤਾਂ ਨਹੀਂ ਹੋਊਗੀ, ਧੱਕਾ ਮੁੱਕੀ ਜਾਂ ਕੋਈ ਲੜਾਈ ਝਗੜੇ ਤਾਂ ਨਹੀਂ ਹੋਣਗੇ। ਸੋ ਇਹ ਚੀਜ਼ ਦੇਖਦਾ। ਜਦੋਂ ਇਹ ਚੀਜ਼ਾਂ ਬਾਅਦ ਦੇਖ ਲੈਂਦੇ ਹਾਂ ਤਾਂ ਉਹਦੇ ਨਾਲ ਆਪਣਾ ਨੁਕਸਾਨ ਹੁੰਦਾ। ਸੋ ਉਹਦੇ ਮਕਸਦ ਵੀ ਸਾਡਾ ਇਹ ਸੀਗਾ। ਰਖੜਾ ਸਾਹਿਬ, ਕਿਸਾਨ ਜਥੇਬੰਦੀਆਂ ਨੇ ਜਿਹੜੀ ਬਿਜਲੀ ਸ਼ਡਿਊਲ ਜਾਰੀ ਕੀਤਾ ਹੈ ਪੰਜਾਬ ਗੌਰਮੈਂਟ ਨੇ, ਉਹਨਾਂ ਨੇ ਕਿਹਾ ਸਾਨੂੰ ਭਰੋਸੇ ਨਹੀਂ ਲਿਆ। ਪਿਛਲੀ ਵਾਰੀ ਸਰਕਾਰਾਂ ਭਰੋਸੇ ਲੈ ਕੇ ਸ਼ਡਿਊਲ ਜਾਰੀ ਕਰਦੀਆਂ ਨੇ, ਔਰ ਇੱਥੋਂ ਤੱਕ ਉਹਨਾਂ ਨੇ ਦਾਅਵਾ ਕੀਤਾ ਪਾਵਰਕਾਮ ਨੂੰ ਇਸ ਮਾਮਲੇ ਭਰੋਸੇ 'ਚ ਨਹੀਂ ਲੈ ਗਿਆ। ਦੇਖੋ, ਕਹਿਣ ਤੇ ਕਰਨ ਦੇ ਵਿੱਚ ਕਿੰਨਾ ਫਰਕ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਅਸੀਂ ਬਜਟ ਲੋਕਾਂ ਨੂੰ ਪੁੱਛ ਕੇ ਕਰਾਂਗੇ, ਇੱਕ ਪਾਸੇ ਕਿਸਾਨਾਂ ਦੀ ਗੱਲ ਹੈ। ਜੇ 10 ਤਰੀਕ ਨੂੰ ਜੀਰੀ ਨਹੀਂ ਲੱਗਦੀ ਹੈ, 20 ਨੂੰ ਲੱਗਦੀ ਹੈ, ਤਾਂ ਉਹ ਜੀਰੀ ਪੱਕਣੀ ਨਹੀਂ ਹੈ। ਸਰਕਾਰ ਨੂੰ ਇਹ ਪਤਾ ਹੀ ਹੈ ਨਹੀਂ, ਸਰਕਾਰ ਲੋਕਾਂ ਤੱਕ ਜਾਂਦੀ ਨਹੀਂ ਹੈ। ਤੇ ਜੇ ਭਰੋਸੇ 'ਚ ਲੈ ਕੇ ਗੱਲ ਕਰਨ ਫਿਰ ਸ਼ਾਇਦ ਕੋਈ ਨਾ ਕੋਈ ਹੱਲ ਲੱਭ ਜਾਂਦਾ। ਤਾਂ ਦੇਖੀਏ ਵੀ ਇਹ ਨਾ ਹਰ ਗੱਲ ਨੂੰ ਤੰਗ ਕਰਨ ਦੀ ਗੱਲ ਕਰਦੇ ਨੇ। ਤੁਸੀਂ ਪੜ੍ਹਿਆ ਹੋਣਾ, ਖਾਸ ਕਰਕੇ ਭਗਵੰਤ ਮਾਨ ਜੀ ਦੀ ਵੀਡੀਓ ਤੁਸੀਂ ਦੇਖੀ ਹੋਣੀ ਹੈ ਕਿ ਮੇਰੇ ਟਾਈਮ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ, ਕੋਈ ਟੈਂਕੀ ਤੇ ਨਹੀਂ ਚੜੂਗਾ, ਕੋਈ ਅਨਪਲਾਈਡ ਨਹੀਂ ਰਹੂਗਾ। ਅੱਜ ਤੱਕ ਦੱਸ ਦਿਓ, ਇੱਕ ਗੱਲ ਦੱਸ ਦਿਓ ਜਿਹੜੀ ਪੂਰੀ ਹੋਈ ਹੋਵੇ। ਅਸੀਂ 600 ਯੂਨਿਟ ਮਾਫ ਕਰਾਂਗੇ,
300 यूनिट महीने का माफ़ करांगे, पर करांगे जुलाई तो। किन्ने बार अनाउंस हो लिया ये एक बार नहीं होया, मेरा ख्याल किन्ने बारी अनाउंस हो रहा थोड़िया। ਜਲੰਧਰ ਦੇ ਥਾਣਾ ਨੰਬਰ 5 ਦੀ ਹੱਦ ਵਿੱਚ ਪੈਂਦੇ ਬਸਤੀ ਸ਼ੇਖ ਵਿੱਚ ਗੁਆਂਢੀਆਂ ਵਿੱਚ ਹੋਏ ਵਿਵਾਦ ਤੋਂ ਬਾਅਦ ਉਸ ਵੇਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕੁਝ ਔਰਤਾਂ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਕ ਇੱਟ ਇੱਕ ਵਿਅਕਤੀ ਦੇ ਲੱਗੀ ਜੋ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਿਸ਼ਤੇ 'ਚ ਲੱਗਦੀ ਤਾਈ ਅਤੇ ਉਸ ਦੀ ਧੀ ਨੇ ਆਪਣੇ ਹੀ ਚਾਚੇ ਤੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਵਿਵਾਦ ਵਿੱਚ ਇੱਟਾਂ ਮਾਰ ਕੇ ਉਸ ਨੂੰ ਗੰਭੀਰ ਰੂਪ ਦੇ ਨਾਲ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 40 ਸਾਲਾ ਅਸ਼ਵਨੀ ਕੁਮਾਰ ਨਿਵਾਸੀ ਬਸਤੀ ਸ਼ੇਖ ਅੱਡਾ ਦੇ ਰੂਪ ਦੇ ਵਿੱਚ ਹੋਈ ਹੈ। ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸ਼ਵਨੀ ਨਾਂ ਦਾ ਵਿਅਕਤੀ ਹੈ ਜਿਹਦੀ ਡੈਥ ਹੋਈ ਹੈ, ਤਾਂ ਇਹਨਾਂ ਦਾ ਆਪਸੀ ਭਰਜਾਈ ਨਾਲ ਘਰੇਲੂ ਪ੍ਰਾਪਰਟੀ ਡਿਸਪਿਊਟ ਦਾ ਚੱਲਦਾ ਸੀ ਕਾਫੀ ਦੇਰ ਤੋਂ। ਉਹਦੇ ਸਬੰਧ ਵਿੱਚ ਹੀ ਅੱਜ ਸਾਨੂੰ ਜਿਹੜਾ ਪਤਾ ਲੱਗਿਆ ਕਿ ਸਵੇਰੇ ਇਹਨਾਂ ਦਾ ਆਪਸੀ ਧੱਕਾ ਮੁੱਕੀ ਹੋਏ, ਇੱਕ ਦੂਜੇ ਦੀ ਖਿੱਚ ਹੋਈ, ਕੁੱਟਮਾਰ ਹੋਈ ਹੈ। ਘਰ ਵਾਲਿਆਂ ਦਾ ਐਲੀਗੇਸ਼ਨ ਹੈ ਕਿ ਇਹਨਾਂ ਨੇ ਅਸ਼ਵਨੀ ਦੇ ਗੁੱਡੀਆਂ ਸੱਟਾਂ ਮਾਰੀਆਂ ਜਿੰਦੇ ਨਾਲ ਉਹਦੀ ਡੈਥ ਹੋ ਗਈ। ਜਿਹੜੀ ਆ ਬੋਡੀ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਇਹਨਾਂ ਦਾ ਬਿਆਨ ਕਲਮਬੰਦ ਕਰਕੇ ਬਿਆਨ ਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਆ ਕਾਰਵਾਈ ਕਿਹਨਾਂ ਦੇ ਉੱਤੇ ਕੀਤੀ ਗਈ ਹੈ? ਕਾਰਵਾਈ ਬਿਆਨਾਂ ਮੁਤਾਬਕ ਹੀ ਹੋਏਗੀ। ਜਿਹੜਾ ਬਿਆਨ ਲਿਖਾਂਗੇ ਉਹਦੇ ਬਿਆਨ ਮੁਤਾਬਕ। ਕਿੰਨੇ ਜਣਿਆਂ ਦਾ ਨਾਮ ਲਿਖਵਾਇਆ ਉਹਨਾਂ ਨੇ? ਕੋਈ ਰਜਿਸਟ੍ਰੇਸ਼ਨ ਹੋਈ ਜਾਂ ਉਹ ਫਰਾਰ ਹੋਈ? ਨਾਮ ਕਿੰਨੇ ਜਣਿਆਂ ਦਾ ਲਿਖਾਇਆ? ਇਹ ਤਾਂ ਅਜੇ ਲਿਖਾਉਣਗੇ ਤਾਂ ਹੀ ਦੱਸੂਗਾ ਤੁਹਾਡੇ ਵੀ। ਫਿਰ ਉਹਦੇ ਕਿੰਨੇ ਜਣਿਆਂ ਨੂੰ ਲੈ ਕੇ ਗਏ ਨੇ ਥਾਣੇ? ਬੱਚੇ ਅਜੇ ਕਿਸੇ ਨੂੰ ਨਹੀਂ ਲੈ ਕੇ ਗਏ, ਬਿਆਨ ਤੋਂ ਮਗਰੋਂ ਹੀ ਕਰਦੇ। ਨਾਲੇ ਉਹ ਕਹਿੰਦੇ ਵੀ ਲੇਡੀਜ਼ ਜਿਹੜੀਆਂ ਫਿਰ ਮੈਨੂੰ ਨਾ ਪੁੱਛੋ, ਫਿਰ ਜਿਹੜੇ ਕਹਿੰਦੇ ਉਹਨਾਂ ਦੀ ਇੰਟਰਵਿਊ ਕਰ ਲਓ। ਜਿਹੜੀਆਂ ਘਟਨਾ ਕਿੰਨੀ ਦੇਰ ਪਹਿਲੇ ਦੀ ਇਹ ਹੋ ਗਿਆ ਘੰਟਾ ਡੇਢ। ਉਹ ਤਾਂ ਕਿਵੇਂ ਜਦੋਂ ਉਹਨਾਂ ਨੂੰ ਸਿਵਲ ਪਹੁੰਚਾਇਆ ਤੇ ਕਿਹੋ ਜਿਹੀ ਕੰਡੀਸ਼ਨ ਸੀ ਇੱਥੇ? ਮੈਡਮ ਅਜੇ ਮੈਂ ਦੇਖੀ ਨਹੀਂ, ਮੈਂ ਬੋਡੀ ਦੇਖ ਕੇ ਦੱਸੂਗਾ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ? ਬਿਆਨ ਮੁਤਾਬਕ ਕਾਰਵਾਈ। 302 ਦਾ ਪਰਚਾ ਦਰਜ ਕੀਤਾ ਜਾਏਗਾ। ਬਿਆਨ ਮੁਤਾਬਕ ਕਾਰਵਾਈ। ਜਿਨ੍ਹਾਂ ਨੇ ਬਿਆਨ ਨਹੀਂ ਕਰਵਾਏ ਤੁਸੀਂ ਸਿਰਫ ਬਿਆਨ ਅਜੇ ਪਹਿਲੇ। ਜੇ ਤੁਸੀਂ ਮਾਰਕੀਟ ਵਾਲਿਆਂ ਤੋਂ ਇਨਵੈਸਟੀਗੇਟ ਕਰ ਰਹੇ ਹੋ। ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ 'ਚ ਦਾਉਕੇ ਅਤੇ ਭਰੋਵਾਲ ਚੌਂਕੀ ਵਿਚਕਾਰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਗਏ ਡਰੋਨ ਨੂੰ ਹੇਠਾਂ ਸੁੱਟ ਦਿੱਤਾ ਹੈ। ਡਰੋਨ ਖੇਤਾਂ 'ਚ ਡਿੱਗਿਆ। ਜਾਂਚ ਦੌਰਾਨ ਉਸ ਵਿੱਚ ਇੱਕ ਬੋਰੀ ਲਟਕਦੀ ਹੋਈ ਮਿਲੀ ਜਿਸ ਵਿੱਚ 9 ਪੈਕੇਟ ਹੈਰੋਇਨ ਬਰਾਮਦ ਹੋਈ। ਇਹ ਡਰੋਨ ਚਾਈਨਾ ਮੇਡ ਕੁਆਡਕਾਪਟਰ DJI ਮੈਟ੍ਰਿਸ 300 ਹੈ। ਅਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਡਰੋਨ ਦੀ ਜਾਂਚ ਕੀਤੀ ਜਾ ਰਹੀ है। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਸ ਵਿੱਚ कैमरा तो नहीं लगाया गया सी। कल रात्रि को कल 11:15 बजे के करीब BOP भैरवपाल में तैनात BSF के अलर्ट जवानों को पाकिस्तान से इंडिया की तरफ दाखिल होते हुए ड्रोन की आवाज़ सुनाई दी। इस पर तुरंत कार्रवाई करते हुए जवानों ने अपने पर्सनल वेपन से 9 राउंड फायर किए और साथ में इलाके में रोशनी करने के लिए एक इल्यूमिनेशन बम का फायर किया गया। जो हमारी पार्टीज़ जो डेफ्ट में लगी हुई थी, पीछे की तरफ लगी हुई थी, उनको भी आगे बुलाया गया और उस इलाके की काफ़ी गहन छानबीन की गई। और सर्च के दौरान हमें एक हेक्साकॉप्टर ड्रोन जो कि काफ़ी बड़ा है साइज़ में, वो प्राप्त हुआ। उसके साथ एक बैग टंगा हुआ था, एक सिस्टम है उनका, उसके बैग टंगा हुआ था। 4 बैटरीज एक्स्ट्रा लगाई हुई थी उन्होंने उसके ऊपर। और बैग को जब हमने खोल के देखा तो उसके अंदर लगभग 10 किलो हीरोइन उसके अंदर स्मगल करने की कोशिश की जा रही थी। तो BSF ने टोटल सीजर जो है एक बड़ा हेक्साकॉप्टर ड्रोन और साथ में 10 किलो हीरोइन। फिर सामान जो पास में था, एक बोरी थी जिसके अंदर सामान था, वो बोरी पे पाकिस्तान के कुछ उनके मार्क्स हैं। ये जो हीरोइन 10 किलो है, इसकी वैल्यू आप सब जानते हैं, मार्केट में बहुत कई करोड़ों में इसकी वैल्यू है। और ये BSF के लिए एक बहुत बड़ी अचीवमेंट है कि ड्रोन और ड्रग्स हमने साथ में पकड़े हैं। और यही मैं आपको कहना चाहता हूँ। इसके अलावा कुछ आपको सवाल है? कैपेसिटी को बढ़ाया गया था, जिस तरह से हम देख रहे हैं एक्स्ट्रा बैटरी अटैच की गई थी। लगता है कि जैसे बैटरी एक्स्ट्रा लगाई है तो उससे उन्होंने उसका कैपेसिटी को इनहांस करने की कोशिश की होगी। इससे पहले हमने ड्रोन पकड़े हैं, ये हमारा चौथा सीजन है ड्रोन का, लेकिन एक साथ ड्रोन और हीरोइन ये हमने फर्स्ट टाइम पकड़ा है। अभी
हम पुलिस को और बाकी एजेंसी से मिलके इस इलाके की और छानबीन करेंगे और उसके बाद जो भी सामने आएगा वो आपसे शेयर किया जाएगा। रिसीवर कौन था? रिसीवर इसका कौन था, कुछ पता चला? मुझे लगता है कि क्योंकि हमने बीच में जो कार्रवाई की, जवानों ने जो कार्रवाई की, उस वजह से ये अपने स्थान तक नहीं पहुंच पाया और पहले ही गिर गया। सर कितने किलोमीटर का एरिया इसने तय किया है, क्योंकि आपने पकड़ा है इसको? अभी वो सब जो है तहकीकात का मसला है, वो हम इसको भेजेंगे एनालिसिस के लिए और उसके बाद जो डिटेल्स आएंगी वो आपसे शेयर की जाएंगी। सीमा में कितना घुस के अंदर आ गया था ये लगभग 1 किलोमीटर का इलाका जो है इसने ट्रैवल किया है, लेकिन चूँकि इसमें कोई फॉल्ट आ गया था तो यहाँ इसको कोई हिट हो गया था, उसके बाद ये आगे जो गंतव्य स्थान था वहाँ पर नहीं पहुँचा। हाइट कितनी थी इसकी जब ये हुआ? लगभग 300 मीटर की हाइट पे ये फ्लाइट है। सर ये रिमोट के द्वारा ऑपरेट होता है या किस तरह से इसको वैसे छोड़ दिया जाता है? लोकेशन भी इसकी डेडिकेट? ये सब जो है इन्वेस्टिगेशन का मामला है, ये हम देखेंगे इसको। हमने जो जवान थे वहाँ पर ड्यूटी पे 9 राउंड फायर किए उन्होंने अपने पर्सनल हथियार से, और उसके अलावा एक रोशनी करने के लिए इल्यूमिनेशन बम का इस्तेमाल किया गया। सर क्या ड्रोन वापस भी जाना था कि एक दिन? बिल्कुल, हमारे जो है सीनियर अधिकारियों ने इसको काफ़ी खुशी व्यक्त की है इस पर, और जवानों के नाम आगे भेजे जा रहे हैं ताकि उनको पुरस्कारित किया जा सके। पता चला है कितनी कैपेसिटी है इसकी? मतलब 10 किलो तो ये कैरी करके लाया है, कोई और भी कैपेसिटी इसकी ज़्यादा है? ये मैं आपको वही कह रहा हूँ कि हम इन्वेस्टिगेशन करेंगे और इसका पूरा तहकीकात की जाएगी इसमें, और उसके बाद हम फर्दर कुछ नतीजे पर पहुँच पाएंगे। लगभग आई थिंक यही इसकी कैपेसिटी है, इसका कैपेसिटी का मैक्सिमम यूज़ किया हुआ है। इसकी कैपेसिटी को बढ़ाया भी गया है, ड्रोन की कैपेसिटी को, जैसे आपने कहा कि बैटरी लगी हुई है। मैं नहीं कह सकता इसको कुछ भी, अभी तहकीकात का मामला है। इसके ऊपर जो ड्रोन के ऊपर मार्किंग्स हैं वो मिटाई हुई है, तो इसलिए ये कह पाना जानबूझ के किसी ने इसको मार्किंग को मिटाया है। ये एक हमने फ्लैग मीटिंग की है, उस फ्लैग मीटिंग के साथ में हमने अपना जो है प्रोटेस्ट उनके साथ में लॉन्च किया है कि साहब आपकी तरफ से ड्रोन हमारी तरफ आया है। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਜਲੰਧਰ ਪਹੁੰਚੇ, ਜਿੱਥੇ ਉਹਨਾਂ ਨੂੰ ਸਰਕਟ ਹਾਊਸ ਵਿੱਚ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਵੱਲੋਂ ਡੀਸੀ ਦਫ਼ਤਰ ਵਿੱਚ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਨਾਲ ਬੈਠਕ ਕੀਤੀ ਗਈ। ਇਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਸੂਬੇ ਦਾ ਬਜਟ ਆਮ ਲੋਕਾਂ ਅਤੇ ਕਾਰੋਬਾਰੀਆਂ ਤੋਂ ਪੁੱਛ ਕੇ ਬਣਾਇਆ ਜਾਏਗਾ, ਇਸ ਕੜੀ ਵਿੱਚ ਉਹ ਸਾਰੇ ਪੰਜਾਬ ਵਿੱਚ ਜਾ ਰਹੇ ਹਨ ਅਤੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਸੀਗਾ ਕਿ ਇਸ ਵਾਰ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਬਜਟ ਹੋਊਗਾ ਉਹ ਜਨਤਾ ਦਾ ਬਜਟ ਹੋਊਗਾ, ਔਰ ਉਸ ਜਨਤਾ ਦੇ ਬਜਟ ਦੇ ਵਿੱਚ ਅਸੀਂ ਪੂਰੇ ਪੰਜਾਬ ਵਿੱਚੋਂ ਸੁਝਾਅ ਲੈਣ ਦੇ ਲਈ ਜਿਹੜਾ ਪਹੁੰਚ ਰਹੇ ਹਾਂਗੇ। ਸਭ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ, ਉਸ ਤੋਂ ਬਾਅਦ ਲੁਧਿਆਣਾ, ਸੰਗਰੂਰ, ਬਠਿੰਡਾ, ਅੱਜ ਜਲੰਧਰ, ਅੰਮ੍ਰਿਤਸਰ, ਬਟਾਲਾ, ਮੋਹਾਲੀ, ਸਾਰੇ ਜਗ੍ਹਾ ਤੇ ਜਾਵਾਂਗੇ ਤਾਂ ਕਿ ਲੋਕਾਂ ਦੇ ਵੈਲਿਊਏਬਲ ਸੁਝਾਅ ਜਿਹੜੇ ਨੇਗੇ ਉਹ ਕਲੈਕਟ ਕੀਤੇ ਜਾਣ। ਅਸੀਂ ਲੋਕਾਂ ਤੋਂ ਲਿਖਤੀ ਤੌਰ ਤੇ ਵੀ ਲੈ ਰਹੇ ਹਾਂ, ਔਰ ਪੰਜਾਬ ਸਰਕਾਰ ਨੇ 2 ਸਾਈਟਾਂ ਜਾਰੀ ਕੀਤੀਆਂ ਨੇਗੀਆਂ। ਇੱਕ ਸਾਈਟ ਆ ਫਾਈਨਾਂਸ ਡਿਪਾਰਟਮੈਂਟ, ਦੂਜੀ ਪੰਜਾਬ ਸਰਕਾਰ ਦੀ, ਉਹ ਤੇ ਬਹੁਤ ਸੁਝਾਅ ਆ ਰਹੇ ਨੇਗੇ, ਔਰ ਪਹਿਲੀ ਵਾਰ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਉਹ ਆਪਣਾ ਬਜਟ ਖੁਦ ਤਿਆਰ ਕਰ ਰਹੇ ਨੇਗੇ। ਸੋ ਬਹੁਤ ਸਾਰੇ ਕੀਮਤੀ ਸੁਝਾਅ ਆ ਰਹੇ ਨੇ, ਸਭ ਤੇ ਗੌਰ ਕਰਕੇ ਅੱਛਾ ਬਜਟ ਤਿਆਰ ਕੀਤਾ ਜਾਊਗਾ। ਦੇਖੋ ਇਹ ਫੈਸਲਾ ਸਰਕਾਰ ਨੇ ਕਰਨਾ ਗਾ, ਜਦੋਂ ਬਜਟ ਬਣੂਗਾ ਤੁਹਾਡੇ ਸਭ ਦੇ ਸਾਹਮਣੇ ਪੇਸ਼ ਹੋਊਗਾ। ਦੇਖੋ ਅੱਜ ਸਿਰਫ ਤੇ ਸਿਰਫ ਜਿਹੜੀ ਅੱਜ ਦੀ ਮੀਟਿੰਗ ਸੀ ਇੰਡਸਟਰੀਅਲਿਸਟ ਦੇ ਨਾਲ, ਲੋਕਾਂ ਦੇ ਨਾਲ, ਉਹ ਇਹ ਸੀਗੀ ਕਿ ਅਸੀਂ ਬਜਟ ਬਣਾਉਣ ਜਾ ਰਹੇ ਹਾਂ, ਤੁਸੀਂ ਆਪਣੇ ਸੁਝਾਅ ਦਿਓ, ਤੁਹਾਡੇ ਜਿਹੜਾ ਹੈਗਾ ਬਜਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਸਾਰੇ ਸੁਝਾਅ ਲਏ ਗਏ ਨੇਗੇ। ਦੇਖੋ ਮੰਗ ਪੱਤਰ ਉਹਨਾਂ ਨੇ ਦਿੱਤੇ ਨੇਗੇ, ਉਹ ਸਾਰੇ ਆ ਗਏ ਨੇ ਕਿ ਮਾਨ ਸਾਹਿਬ ਨੇ ਫੈਸਲਾ ਲੈਣਾ ਗਾ, ਪਰ ਲੇਕਿਨ ਇਹ ਵੀ ਇੱਕ ਇਤਿਹਾਸਕ ਫੈਸਲਾ ਗਾ, ਇਹ ਵੀ ਇੱਕ ਇਤਿਹਾਸਕ ਫੈਸਲਾ ਗਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ, ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਸਰਕਾਰ ਨੇ ਪਲਾਨ ਤਿਆਰ ਕੀਤਾ ਗਾ ਕਿ ਝੋਨਾ ਲਾਉਣ ਲਈ ਵੱਖ-ਵੱਖ ਤਰੀਕਾਂ ਨਿਯਤ ਕੀਤੀਆਂ ਨੇ। ਇਹਦੇ ਨਾਲ ਸਾਡਾ, ਮੈਂ ਸਮਝਦਾ, ਪਾਣੀ, ਧਰਤੀ ਹੇਠਲਾ ਪਾਣੀ ਬਚੂਗਾ, ਨਹੀਂ ਤਾਂ ਆਉਣ ਵਾਲੇ 25 ਸਾਲਾਂ ਬਾਅਦ ਸਾਡੀ ਧਰਤੀ ਬੰਜਰ ਹੋ ਜੂਗੀ, ਸਾਡੇ ਬੱਚਿਆਂ ਕੋਲੇ ਪੀਣ ਜੋਗਾ ਪਾਣੀ ਨਹੀਂ ਬਚਣਾਗਾ। ਸੋ ਉਹਦੀ ਸਰਕਾਰ ਜਿਹੜੀ ਆ ਬੜੇ ਸੰਜੀਦਾ ਢੰਗ ਨਾਲ ਕੰਮ ਕਰ ਰਹੀ ਹੈ। ਅਸੀਂ ਤਾਂ ਮੂੰਗੀ ਦੀ ਫਸਲ ਤੇ MSP ਅਨਾਉਂਸ ਕੀਤੀ ਹੈਗੀ। ਸੋ ਬਿਲਕੁਲ ਸਾਰੇ ਫੈਸਲੇ ਕਿਸਾਨਾਂ ਦੇ ਹੱਕ 'ਚ ਹੋ ਰਹੇ ਨੇਗੇ। ਸੋ ਸਾਡੀ ਧਰਤੀ ਹੇਠਲਾ ਪਾਣੀ ਬਚਾਉਣਾ ਸਾਡੀ ਜਿਹੜੀ ਆ ਸਭ ਤੋਂ ਵੱਡਾ ਸਟੈਪ ਚੱਲ ਚੁੱਕਿਆ ਹੈ।
ਤਰ੍ਹਾਂ ਤੇਜਿੰਦਰ ਬੱਗੇ ਵਾਲੇ ਕੇਸ ਮਾਮਲੇ ਤੋਂ ਬਾਅਦ ਬੜਾ ਉਹ ਮ- ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਖਾਰਜ ਕਰਤਾ, ਉਹਨਾਂ ਕੋਲੇ ਕਹਿਣ ਨੂੰ ਕੁਛ ਨਹੀਂ। ਹੁਣ ਇਸੇ ਗੱਲ ਕਰਕੇ ਕਦੇ ਕਿਤੇ ਪਹੁੰਚਦਾ ਅਕਾਲੀ ਦਲ ਕਿਉਂ ਖੁਸ਼ ਹੋਊਗਾ? ਉਹਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰਤਾ, ਧੋ ਕੇ ਰੱਖਤਾ। ਉਹ ਤਾਂ ਹੁਣ ਇੱਕ ਸਕੂਟਰ ਤੇ ਆਉਣ ਜੋਗੇ ਬਚ ਗਏ। ਉਹ ਤਾਂ ਸਿਰਫ ਇੱਕ ਸਕੂਟਰ ਦੇ ਉੱਤੇ ਜਿਹੜੀ ਇਹ ਵਿਧਾਨ ਸਭਾ ਚ ਆ ਸਕਦੇ ਨੇ। ਇਹ ਜਿਹੜੇ ਵਿਰੋਧੀ ਨੇ ਨਾ, ਚਾਹੇ ਉਹ ਬੀਜੇਪੀ ਆ, ਚਾਹੇ ਕਾਂਗਰਸ ਆ, ਚਾਹੇ ਅਕਾਲੀ ਦਲ ਆ, ਉਹ ਸਾਰੇ ਕੰਮ ਖੁਦ ਕਰਵਾਉਂਦੇ ਨੇ ਤਾਂ ਕਿ ਮਾਹੌਲ ਖਰਾਬ ਕੀਤਾ ਜਾਵੇ। ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਦਿੱਲੀ ਚ ਆ, ਪੰਜਾਬ ਦੇ ਵਿੱਚ, ਦੋਨੇ ਜਗ੍ਹਾ ਤੇ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ। ਅਸੀਂ 300 ਯੂਨਿਟ ਫ੍ਰੀ ਕਰ ਰਹੇ ਹਾਂਗੇ। ਅਸੀਂ ਜਿਹੜਾ ਹੈਗਾ 1 MLA 1 ਪੈਨਸ਼ਨ ਕਰ ਰਹੇ ਹਾਂਗੇ। ਸੋ ਅਸੀਂ ਕਹਿ ਰਹੇ ਕਿ 1500 ਏਕੜ ਰੁਪਇਆ ਕਿਸਾਨ ਨੂੰ ਅਸੀਂ ਦੇ ਰਹੇ ਹਾਂਗੇ ਤਾਂ ਕਿ ਧਰਤੀ ਹੇਠ ਦਾ ਪਾਣੀ ਬਚਾਇਆ ਜਾ ਸਕੇ। ਮਾਨ ਸਾਹਿਬ ਦੀ ਸਰਕਾਰ ਨੇ 55 ਦਿਨਾਂ 'ਚ ਵੱਡੇ ਇਤਿਹਾਸਕ ਫੈਸਲੇ ਕੀਤੇ ਨੇਗੇ। ਸੋ ਉਹਨਾਂ ਇਤਿਹਾਸਕ ਫੈਸਲਿਆਂ ਤੋਂ ਘਬਰਾ ਕੇ ਵਿਰੋਧੀ ਇਹੋ ਜਿਹੇ ਕੰਮ ਕਰ ਰਹੇ ਨੇ। ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਅਜਨਾਲਾ ਦੀਆਂ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਦੀਆਂ ਦੁਕਾਨਾਂ ਉੱਪਰ ਛਾਪੇਮਾਰੀ ਕੀਤੀ ਗਈ ਅਤੇ ਸੈਂਪਲ ਭਰੇ ਗਏ। ਜ਼ਿਲ੍ਹਾ ਸਿਹਤ ਅਫਸਰ ਮੈਡਮ ਭਾਰਤੀ ਧਵਨ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਅਜਨਾਲਾ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਇੱਕ 버ਗਰ ਪੀਜ਼ੇ ਵੇਚਣ ਵਾਲੀ ਦੁਕਾਨ ਤੇ ਸੈਂਪਲ ਭਰੇ ਗਏ ਅਤੇ ਨਾਲ ਹੀ ਕਰਿਆਨੇ ਤੇ ਦੁੱਧ ਦੀਆਂ ਦੁਕਾਨਾਂ ਤੇ ਚੈਕਿੰਗ ਕਰਕੇ ਸੈਂਪਲ ਭਰੇ ਗਏ। ਉੱਥੇ ਹੀ ਇਸ ਮੌਕੇ ਅਜਨਾਲਾ ਸ਼ਹਿਰ ਦੀਆਂ ਕਈ ਦੁਕਾਨਾਂ ਦੇ ਦੁਕਾਨਦਾਰ ਦਬੰਗ ਮੈਡਮ ਦੀ ਭਿਣਕ ਲੱਗਦੇ ਹੀ ਦੁਕਾਨਾਂ ਦੇ ਸ਼ਟਰ ਸੁੱਟ ਕੇ ਰਫੂ ਚੱਕਰ ਹੋ ਗਏ। ਮੈਡਮ ਭਾਰਤੀ ਧਵਨ ਨੇ ਕਿਹਾ ਕਿ ਮਿਲਾਵਟਖੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਮੈਂ ਇਨ ਐਂਡ ਅਰਾਊਂਡ ਅਜਨਾਲਾ ਬਲਾਕ ਅਸੀਂ ਚੈੱਕ ਕਰ ਰਹੇ ਹਾਂ ਤੇ ਸਾਡਾ ਮੇਨ ਮੋਟਿਵ ਹੈ ਕਿ ਅਡਲਟ੍ਰੇਸ਼ਨ ਤੋਂ ਰਹਿਤ ਚੀਜ਼ਾਂ ਲੋਕਾਂ ਨੂੰ ਮਿਲਣ, ਸਾਫ ਸਫਾਈ ਵਾਲੀਆਂ ਚੀਜ਼ਾਂ ਲੋਕਾਂ ਨੂੰ ਮਿਲਣ। ਇਸ ਕਰਕੇ ਅਸੀਂ ਹਰੇਕ ਈਟਿੰਗ ਜੁਆਇੰਟ ਜਿੱਥੇ ਖਾਣਾ ਬਣਦਾ ਹੈ ਉਹਦੀਆਂ ਕਿਚਨਸ ਵਗੈਰਾ ਚੈੱਕ ਕੀਤੀਆਂ ਔਰ ਕਿਤੇ ਅਸੀਂ ਨੋਟਿਸ ਵੀ ਸਰਵ ਕੀਤਾ ਉਹਨਾਂ ਦੀ ਹਾਈਜੀਨ ਤੇ ਉਹਦੀ ਸਾਫ ਸਫਾਈ ਜਿੱਥੇ ਥੋੜੀ ਘੱਟ ਸੀ। ਫਿਰ ਦੁੱਧ ਔਰ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਵੀ ਅਸੀਂ ਚੈੱਕ ਕਰਨੀਆਂ ਕਿਉਂਕਿ ਸੁਣਨ 'ਚ ਆਇਆ ਕਿ ਸਭ ਤੋਂ ਜ਼ਿਆਦਾ ਜਿਹੜੀ ਮਿਲਾਵਟ ਹੈ ਉਹ ਦੁੱਧ 'ਚ ਹੀ ਹੁੰਦੀ ਹੈ। ਇਸ ਕਰਕੇ ਅਸੀਂ ਦੁੱਧ ਔਰ ਦੁੱਧ ਤੋਂ ਬਣੀਆਂ ਚੀਜ਼ਾਂ ਦੇ ਵੀ ਸੈਂਪਲਸ ਲਏ ਨੇ। ਅਲੱਗ-ਅਲੱਗ ਜਗ੍ਹਾ ਤੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਕਿ ਕਿਵੇਂ ਅਸੀਂ ਆਪਣੇ ਲਾਇਸੈਂਸ ਅਪਲਾਈ ਕਰਨੇ ਹੈ। ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਜਾਂ ਰਜਿਸਟ੍ਰੇਸ਼ਨ ਨਹੀਂ ਹੈ ਉਹਨਾਂ ਨੇ ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਪਲਾਈ ਕਰਨੇ ਹੈ ਤੇ ਉਹ ਅਸੀਂ ਉਹਨਾਂ ਨੂੰ ਦੱਸ ਦਿੰਦੇ। ਕਿੰਨੀ ਜਗ੍ਹਾ ਤੇ ਚੈਕਿੰਗ ਕਰ ਚੁੱਕੇ ਹੋ ਔਰ ਮੈਮ ਕਿੰਨੇ ਸੈਂਪਲ ਲਏ? ਅਜੇ ਤਾਂ ਮਤਲਬ ਤੁਸੀਂ ਦੇਖ ਹੀ ਰਹੇ ਹੋ ਕਿ ਅਜੇ ਐਂਟਰੀ ਕੀਤੇ ਹੈ ਤੇ ਤੁਹਾਡਾ ਸਾਰਾ ਸਿਟੀ ਬੰਦ ਹੋ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਕਿ ਅਸੀਂ ਸੈਂਪਲਸ ਸੋਚ ਕੇ ਆਏ ਹਾਂ ਉਨੇ ਕੁ ਅਸੀਂ ਲੈ ਪਾਵਾਂਗੇ, ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਥੋੜੀ ਹੋਰ ਕਲੈਕਸ਼ਨ। ਮੈਡਮ ਜਿੱਥੇ ਸੈਂਪਲ ਭਰੇ ਆ ਕਾਦੇ ਸੈਂਪਲ ਭਰੇ ਆ ਇੱਥੋਂ ਦੀ? ਟੂ ਬੀ ਵੈਰੀ ਫਰੈਂਕ ਇਹ ਥੋੜਾ ਮਤਲਬ ਅਸੀਂ ਕੌਨਫੀਡੈਂਸ਼ੀਅਲ ਰੱਖਣਾ ਹੁੰਦਾ, ਅਸੀਂ ਕਿਸੇ ਨਾਮ ਜਗ੍ਹਾ ਦਾ ਨਾਮ ਵੀ ਨਹੀਂ ਦੱਸਣਾ ਹੁੰਦਾ ਐਂਡ ਇਹ ਜਿਹੜੇ ਸੈਂਪਲ ਨੇ ਇਹ ਸਿਰਫ ਅਸੀਂ ਔਰ ਸਾਡੀਆਂ ਹਾਇਰ ਅਥਾਰਟੀਜ਼ ਹੀ ਜਾਣ ਸਕਦੇ। ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਕਿਸਾਨਾਂ ਨੇ ਅੱਜ ਧਰਨਾ ਦਿੱਤਾ। ਕਿਸਾਨਾਂ ਵੱਲੋਂ ਇਸ ਸਮੇਂ ਖੇਤੀਬਾੜੀ ਵਿਭਾਗ ਤੇ ਕਈ ਕਥਿਤ ਦੋਸ਼ ਵੀ ਲਗਾਏ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸੈਂਪਲਿੰਗ ਵਿੱਚ ਵੀ ਕਥਿਤ ਤੌਰ ਤੇ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੈਂਪਲਿੰਗ ਦਾ ਕੰਮ ਕੁਝ ਹੀ ਘੰਟਿਆਂ ਵਿੱਚ ਕੀਤਾ ਗਿਆ ਅਤੇ ਬਿਲਕੁਲ ਠੀਕ ਢੰਗ ਦੇ ਨਾਲ ਕੀਤਾ ਗਿਆ। ਇਹਦਾ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਹੈ ਨਾ ਇੱਥੇ ਸੈਂਪਲ ਭਰੇ ਜਾਂਦੇ ਨੇ, ਸੈਂਪਲ ਭਰ ਕੇ ਅਲਮਾਰੀ 'ਚ ਰੱਖੇ ਜਾਂਦੇ ਨੇ। ਅਲਮਾਰੀ ਦੇ ਵਿੱਚ ਉਹ ਫਿਰ ਉਹੀ ਮੁਲਾਜ਼ਮ ਸੈਂਪਲ ਪਹਿਲਾਂ ਤੋਂ ਕੰਪਨੀ ਤੋਂ ਪੈਸੇ ਲੈ ਲੈਂਦੇ ਨੇ ਵੀ ਤੁਹਾਡੀ ਸੈਂਪਲਿੰਗ ਫੇਲ ਹੋ ਗਈ। ਫਿਰ ਇੱਥੇ ਸੈਂਪਲ ਬਦਲ ਕੇ ਨਵੇਂ ਜਿਹੜੀ ਪੂਰੀ ਮਿਕਦਾਰ ਵਾਲਾ ਹੁੰਦਾ ਉਹ ਰੱਖਿਆ ਜਾਂਦਾ ਤੇ ਇਸ ਕਰਕੇ ਜਿਹੜਾ ਅਸੀਂ ਧਰਨਾ ਦਿੱਤਾ ਇਸ ਕਰਕੇ ਆ ਵੀ ਜਿਹੜਾ ਸਾਨੂੰ ਉਹਦਾ ਜਵਾਬ ਦਿਓ ਵੀ ਸੈਂਪਲ ਪਿੱਛੋਂ ਜਦੋਂ ਆਉਂਦਾ ਉਦੋਂ ਤਾਂ ਉਹਦੀ ਜਿਹੜੀ ਮਿਕਦਾਰ ਆਉਂਦੀ ਉਹ ਘਟੀਆ ਆਉਂਦੀ ਤੋਂ ਸੈਂਪਲ ਫੇਲ ਪਾਇਆ ਗਿਆ। ਦੁਬਾਰਾ ਕੋਰਟ 'ਚ ਪੇਸ਼ ਰੀ ਚੈਕਿੰਗ ਵਾਸਤੇ ਭੇਜਿਆ ਗਿਆ ਇੱਕ ਮਲੋੜ ਦੀ ਕੰਪਨੀ ਨੇ, ਮਥਰਾ ਦਾਸ ਟ੍ਰੇਡਿੰਗ ਕੰਪਨੀ, ਉਹਨਾਂ ਨੇ ਭੇਜਿਆ ਤੇ ਉਹਨਾਂ ਨੇ ਮੰਗ ਕੀਤੀ ਵੀ ਦੁਬਾਰਾ ਸੈਂਪਲਿੰਗ ਹੋਵੇ। ਦੁਬਾਰਾ ਉਹਦੀ ਸੀਲਾਂ ਲੱਗੀਆਂ ਸੀ, ਉਹ ਸੀਲਾਂ ਦੇ ਵਿੱਚ ਅੱਗਾ ਪਿਛਾ ਕੀਤਾ ਕਿ ਉਹ ਸੀਲਾਂ ਮੇਲ ਨਹੀਂ ਖਾਧੀਆਂ ਤੇ ਕੋਰਟ ਨੇ ਵੀ ਉਹਨੂੰ ਮਨਾ ਕਰਤਾ। ਅਸੀਂ ਅੱਜ ਇਹਨਾਂ ਤੋਂ ਪੁੱਛਣ ਆਏ ਸੀ ਵੀ ਜੇ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਕਿਸਾਨਾਂ ਦਾ ਡਿਪਾਰਟਮੈਂਟ ਹੈ, ਕਿਸਾਨਾਂ ਨਾਲ ਹੀ ਠੱਗੀ ਮਾਰ ਰਹੇ, ਜਿਹਦਾ ਜਵਾਬ ਦਿਓ। ਦੂਜੇ ਨੰਬਰ 'ਤੇ ਇਹਨਾਂ ਦੇ ਕੁਝ ਮੁਲਾਜ਼ਮ ਇਹੋ ਜਿਹੇ ਨੇ ਜਿਹੜੇ ਕਿ ਜਾਲੀ ਜੱਜ ਬਣ ਕੇ ਵੀ ਫੋਨ ਕਰਦੇ ਨੇ, ਉਹਨਾਂ ਮੁਤਾਬਕ ਕੋਈ ਬਣਦੀ ਕਾਰਵਾਈ ਜਿਹੜੀ ਅਸੀਂ ਲਿਖਤੀ ਰੂਪ ਇਹਨਾਂ ਨੂੰ ਦੇ ਕੇ ਜਾਵਾਂਗੇ, ਕਾਰਵਾਈ ਕਰਾਵਾਂਗੇ। ਇੱਕ ਇਹਨਾਂ ਦੇ 2-3 ADO ਨੇ ਜਿਹੜੇ
ਉਹ ਜਾ ਕੇ ਉੱਥੋਂ ਸੈਂਪਲਿੰਗ ਲੈ ਕੇ ਆਏ, 3 ਸੈਂਪਲ ਹੈ ਮੇਰੇ ਕੋਲ ਬਤੌਰ ਉਹਨਾਂ ਦਾ ਡਾਟਾ ਸਪੈਸ਼ਲ। ਉੱਥੋਂ ਭਰ ਕੇ 3 ਦਾ ਮੈਸੇਜ ਚੀਫ ਸਾਹਿਬ ਨੂੰ ਜਾਂਦਾ ਤੇ ਮੰਡੀ ਚੋਂ ਭਰ ਕੇ ਆਉਂਦਿਆਂ ਇੱਥੇ ਜਿਹੜੇ ਉਹ 2 ਰਹਿ ਜਾਂਦੇ ਨੇ। ਅਸੀਂ ਚੀਫ ਸਾਹਿਬ ਤੋਂ ਉਸ ਗੱਲ ਦਾ ਜਵਾਬ ਮੰਗਿਆ ਵੀ ਜਿਹੜੇ ਉੱਥੋਂ 3 ਭਰਦੇ ਆ ਰਸਤੇ 'ਚ ਇੱਕ ਗਾਇਬ ਹੋ ਜਾਂਦਾ, ਉਹ ਪੈਸੇ ਲੈ ਕੇ ਕਿੰਨੇ ਪੈਸੇ ਲੈ ਕੇ ਕੀ ਹੋਇਆ ਕੀ ਨਹੀਂ ਉਹਦਾ ਸਾਨੂੰ ਜਵਾਬ ਦਿਓ। ਸਾਡੀ ਇਹਨਾਂ ਨੂੰ ਲੋਕਾਂ ਨੂੰ ਨਿਆਂ ਇਨਸਾਫ ਜਿਹੜਾ ਕਿਸਾਨਾਂ ਪ੍ਰਤੀ ਉਹਦੇ ਵਾਸਤੇ ਧਰਨਾ ਲਾਇਆ, ਉਹਦੇ ਵਾਸਤੇ ਪ੍ਰੋਟੈਸਟ ਕਰ ਰਹੇ ਹਾਂ। ਸਾਨੂੰ ਮਹਿਕਮਾ ਕੀ ਜਵਾਬ ਦਿੰਦਾ ਕੀ ਨਹੀਂ ਦਿੰਦਾ, ਨਹੀਂ ਤੇ ਆਉਣ ਵਾਲੇ ਦਿਨਾਂ 'ਚ ਅੰਦੋਲਨ ਇਸ ਤੋਂ ਵੀ ਵੱਡਾ ਲੜਿਆ ਜੀ। ਇਹ ਕਿਸਾਨਾਂ ਦੇ ਮੈਂ ਇਹਨਾਂ ਦੇ ਵਿੱਚ ਬਹਿ ਕੇ ਸਾਰੀ ਗੱਲਬਾਤ ਸੁਣ ਕੇ ਆਏ ਹਾਂ। ਇਹਨਾਂ ਦੇ ਕੁੱਲ ਮਿਲਾ ਕੇ 6-7 ਮਸਲੇ ਹੈ। ਸੋ ਆਪਾਂ ਇੱਕ ਇੱਕ ਮਸਲੇ ਤੇ ਗੱਲਬਾਤ ਕਰਾਂਗੇ। ਪਹਿਲਾਂ ਇਹਨਾਂ ਨੇ ਇਹ ਮਸਲਾ ਉਠਾਇਆ ਵੀ ਤੁਹਾਡੇ ਦਫ਼ਤਰ ਦਾ ਕੋਈ ਅਧਿਕਾਰੀ ਕਰਮਚਾਰੀ ਕੋਈ ਫੋਨ ਕਰਦਾ ਆਪਦੇ ਆਪ ਨੂੰ ਜੱਜ ਸਾਹਿਬ ਕਹਿ ਕੇ। ਇਹਦੇ ਸੰਬੰਧ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਕੋਈ ਇੱਥੇ ਕੋਈ ਜੇ ਤਾਂ ਕੋਈ ਸਰਕਾਰੀ ਟੈਲੀਫੋਨ ਲੱਗਿਆ ਹੋਵੇ ਫਿਰ ਤਾਂ ਮੈਂ ਰੋਕ ਟੋਕ ਕੋਈ ਕਰ ਸਕਦਾ। ਜੇ ਕੋਈ ਇੱਕ ਬੰਦਾ ਆਪਦੇ ਫੋਨ ਤੋਂ ਕੋਈ ਫੋਨ ਕਰਦਾ ਹੈ, ਇਹ ਉਹਦਾ ਨਿੱਜੀ ਕੰਮ ਹੈ, ਮੇਰੀ ਇਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ। ਕਿਤੋਂ ਵੀ ਮੈਨੂੰ ਕੋਈ ਲਿਖਤੀ ਸ਼ਿਕਾਇਤ ਇਸ ਦੇ ਸੰਬੰਧ 'ਚ ਅਜੇ ਤੱਕ ਨਹੀਂ ਆਈ। ਜਿਵੇਂ ਗੱਲਾਂ ਕਿਸਾਨ ਸੁਣਾਉਂਦੇ ਹੈ ਐਵੇਂ ਮੈਨੂੰ 1-2 ਥਾਵਾਂ ਤੋਂ ਹੋਰ ਸੁਣੀਆਂ ਮੈਂ ਗੱਲਾਂ, ਪਰ ਮੇਰੇ ਕੋਲ ਇਸ ਸੰਬੰਧੀ ਲਿਖਤੀ ਕੋਈ ਨਹੀਂ। ਦੂਜਾ ਮਸਲਾ ਕਿਸਾਨਾਂ ਨੇ ਇਹ ਉਠਾਇਆ ਵੀ ਜਸਵੀਰ ਸਿੰਘ ਜੀ ਹੈ ਸਰਾਏ ਨਗਰ, ਉਹ ਕਹਿੰਦੇ ਵੀ ਤੁਹਾਡੇ ਕਰਮਚਾਰੀ ਨੂੰ ਅਸੀਂ ਵਾਰ-ਵਾਰ ਮੂੰਗੀ ਦੀ ਮੰਗ ਕੀਤੀ ਸੀ ਤੇ ਸਾਨੂੰ ਉਹਨੇ ਮੂੰਗੀ ਦਾ 60 ਦਾ ਬੀਜ ਨਹੀਂ ਦਿੱਤਾ। ਧਰਨੇ ਦੇ ਵਿੱਚ ਬੈਠ ਕੇ ਹੀ ਉਹਨੂੰ ਫੋਨ ਲਾਇਆ ਸੀ। ਵੈਸੇ ਮੈਂ ਆਪਦੇ ਸਾਰੇ ਜੋ ਸਾਡੇ ਬਲਾਕ ਅਫਸਰ ਹੈ ਉਹਨਾਂ ਨੂੰ ਇਹੀ ਕਿਹਾ ਹੋਇਆ ਵੀ ਜਦੋਂ ਕੋਈ ਜਿਵੇਂ ਮੰਨ ਲਓ ਮੂੰਗੀ ਹੈ, ਇਹ ਮੂੰਗੀ ਕੋਈ ਬਹੁਤੀ ਵੱਡੀ ਮਾਤਰਾ 'ਚ ਨਹੀਂ ਆਈ। ਇੱਕ ਡੈਮੋ ਪਲਾਟ ਹੁੰਦੇ ਜਿਹੜੇ ਬਹੁਤ ਥੋੜ੍ਹੇ ਹੁੰਦੇ ਆ, ਜਿਹਨੂੰ ਅਸੀਂ ਕਰਦੇ ਹਾਂ ਵੀ ਜਿਹੜਾ ਪਹਿਲ ਦੇ ਆਧਾਰ 'ਤੇ ਇੱਕ ਤਾਂ ਪਹਿਲ ਦਾ ਆਧਾਰ ਮੰਨਦੇ ਹਾਂ, ਇੱਕ ਅਸੀਂ ਇਹਦੇ ਰਿਜ਼ਲਟ ਵੀ ਲੈਣੇ ਹੁੰਦੇ ਆ। ਅਸੀਂ ਥੋੜ੍ਹਾ ਜਿਹਾ ਸਿਲੈਕਟ ਵੀ ਕਰਦੇ ਹਾਂ ਫਾਰਮਰ ਨੂੰ ਵੀ ਸਾਨੂੰ ਦੱਸ ਵੀ ਦੇਊਗਾ ਵੀ ਕਿੰਨੀ ਝੜੀ ਕਿੰਨੀ ਰਹੇਗੀ। ਤੇ ਜੇ ਸਾਨੂੰ ਕਿ ਐਂ ਲੱਗੇ ਵੀ ਇਹ ਕਿਸਾਨ ਹੈ ਜਿਹੜਾ ਲੈ ਜਾਊਗਾ ਬਾਅਦ 'ਚ ਇਹਨੇ ਕੋਆਪਰੇਟ ਨਹੀਂ ਕਰਨਾ, ਉਹ ਫਿਰ ਸਾਨੂੰ ਵੀ ਮੁਸ਼ਕਲ ਹੋ ਜਾਂਦੀ ਹੈ। ਸੋ ਅਸੀਂ ਇਹ 2 ਗੱਲਾਂ ਦਾ ਆਧਾਰ ਮੰਨ ਕੇ, ਪਹਿਲ ਦਾ ਆਧਾਰ ਮੰਨ ਕੇ ਤੇ ਇੱਕ ਕੀ ਉਹ ਸਾਨੂੰ ਕਿਸਾਨ ਫੀਡਬੈਕ ਦੇਊਗਾ, ਅਸੀਂ ਉਹ ਮੂੰਗੀ ਦਿੱਤੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹ ਜੀਓ ਟੈਗਿੰਗ ਵੀ ਜਿਹਨੂੰ ਅਸੀਂ ਮੂੰਗੀ ਦਿੰਦੇ ਹਾਂ ਉਹਦੇ ਖੇਤ 'ਚ ਉਹਦੀ ਫੋਟੋ ਖਿੱਚਦੇ ਹਾਂ ਤੇ ਸਾਰਾ ਔਨ ਰਿਕਾਰਡ ਹੈ। ਜਿਹੜਾ ਕੋਈ ਮਰਜ਼ੀ ਇਹਦੀ ਲਿਸਟ ਲੈ ਲੇ, ਜਿਹਨੂੰ ਮਿਲ ਗਈ ਮੂੰਗੀ ਉਹਨੇ ਆ ਕੇ ਸ਼ਾਬਾਸ਼ੀ ਨਹੀਂ ਦੇਣੀ, ਜਿਹਨੂੰ ਨਹੀਂ ਮਿਲੀ ਉਹਦਾ ਲਾਂਭਾ। ਇਹ ਲਾਂਭਾ ਉਹਦਾ ਸਿਰ ਮੱਥੇ ਹੈ, ਨਾ ਉਹਨਾਂ ਦਾ ਲਿਖ ਲਿਆ। ਜਦੋਂ ਕਦੇ ਫੇਰ ਕੋਈ ਡੈਮੋ ਪਲਾਟ ਆ ਗਿਆ, ਇਹ ਕਿਸਾਨ ਨੂੰ ਅਸੀਂ ਪਹਿਲ ਦੇ ਆਧਾਰ ਤੋਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਹੇਠ ਕਾਰਜਸ਼ੀਲ ਕਮੇਟੀ ਦੇ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਸਪਸ਼ਟ ਕੀਤਾ ਕਿ ਅਸੀਂ ਕੌਮ ਦੇ ਨਿਮਾਣੇ ਪਹਿਰੇਦਾਰ ਹਾਂ। ਇਸ ਲਈ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਦੌਰਾਨ ਬਾਦਲ ਪਰਿਵਾਰ ਨੇ ਸੱਤਾ ਦੇ ਨਸ਼ੇ ਵਿੱਚ ਜਿੱਥੇ ਪੰਥਕ ਮੁੱਦਿਆਂ ਤੇ ਕੌਮ ਨਾਲ ਦਗਾਬਾਜ਼ੀ ਕੀਤੀ, ਉੱਥੇ ਵਿਰੋਧੀਆਂ ਨਾਲ ਮਿੱਤਰਤਾ ਨਿਭਾਉਂਦੇ ਹੋਏ ਸਿੱਖ ਸਿਧਾਂਤਾਂ ਨੂੰ ਵੀ ਢਹਿ ਢੇਰੀ ਕੀਤਾ ਹੈ। ਪੰਥਕ ਸਿਆਸਤ ਤੋਂ ਮੰਨਫੀ ਹੋਣ ਤੋਂ ਬਾਅਦ ਇਹ ਪਰਿਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲੀ ਕਤਾਰ ਵਿੱਚ ਖਲੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਖੋ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬੜਾ ਅਹਿਮ ਮੁੱਦਾ ਹੈ ਕੌਮ ਵਾਸਤੇ, ਜਿਹਦੇ ਵਾਸਤੇ ਕਿ ਸਮੇਂ-ਸਮੇਂ ਦੇ ਉੱਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਹੋਰ ਜਥੇਬੰਦੀਆਂ ਯਤਨਸ਼ੀਲ ਰਹੀਆਂ ਨੇ। ਔਰ ਜੇ ਮੈਂ ਗੱਲ ਕਰਾਂ ਕਿ 2013 ਦੇ ਵਿੱਚ ਭਾਈ ਗੁਰਬਖਸ਼ ਸਿੰਘ ਜੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਕਿ ਭੁੱਖ ਹੜਤਾਲ ਸ਼ੁਰੂ ਕਰਕੇ, ਔਰ 40 ਦਿਨ ਉਹਨਾਂ ਨੇ ਇਹ ਭੁੱਖ ਹੜਤਾਲ ਕੀਤੀ ਔਰ ਉਸ ਭੁੱਖ ਹੜਤਾਲ ਨੂੰ ਤੁੜਵਾਇਆ ਕਿਨੇ? ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਾ ਕਰਕੇ ਵਿਸ਼ਵਾਸ ਦਿਵਾ ਕਰਕੇ, ਭਰੋਸਾ ਦਿਵਾ ਕਰਕੇ, ਉਸ ਵੇਲੇ ਬਾਦਲ ਸਰਕਾਰ ਸੀਗੀ, ਭਰੋਸਾ ਦਿਵਾਇਆ ਗਿਆ ਕਿ ਤੁਸੀਂ ਇਹ ਭੁੱਖ ਹੜਤਾਲ ਤੋੜੋ ਤੇ ਅਸੀਂ ਆਪਣੇ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਯਤਨਸ਼ੀਲ ਹੋਵਾਂਗੇ। ਲੇਕਿਨ ਉਹ ਕੇਵਲ ਤੇ ਕੇਵਲ ਬਾਦਲ ਸਰਕਾਰ ਨੂੰ ਖੁਸ਼ ਕਰਨ ਵਾਸਤੇ ਉਹ ਭੁੱਖ ਹੜਤਾਲ ਤੁੜਵਾਈ ਗਈ। ਉਹ ਜਦ ਉਸ ਦੇ ਬਾਅਦ ਕੋਈ ਯਤਨ ਨਹੀਂ ਹੋਏ ਤਾਂ ਗੁਰਬਖਸ਼ ਸਿੰਘ ਜੀ ਨੇ ਉਹਦੇ ਬਾਅਦ ਦੁਬਾਰਾ ਭੁੱਖ ਹੜਤਾਲ ਕਰਨ ਵਾਸਤੇ ਕਿਹਾ ਕਿ ਮੈਂ ਦੁਬਾਰਾ ਭੁੱਖ ਹੜਤਾਲ ਸ਼ੁਰੂ ਕਰਨ ਲੱਗਾ ਹਾਂ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਅੱਜ ਕੇ ਪੰਥਕ ਇਕੱਠ ਕਰਕੇ
ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੀ ਹੈ, ਉਸ ਵੇਲੇ 2013 ਦੇ ਵਿੱਚ ਜਦ ਇਹਨਾਂ ਨੇ ਭੁੱਖ ਹੜਤਾਲ ਦੁਬਾਰਾ ਸ਼ੁਰੂ ਕਰਨ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਰੇ ਗੁਰਦੁਆਰਿਆਂ ਨੂੰ ਹਿਦਾਇਤਾਂ ਦਿੱਤੀਆਂ ਕਿ ਬਾਬਾ ਗੁਰਬਖਸ਼ ਸਿੰਘ ਨੂੰ, ਭਾਈ ਗੁਰਬਖਸ਼ ਸਿੰਘ ਜੀ ਨੂੰ ਕਿਤੇ ਵੀ ਗੁਰਦੁਆਰੇ ਵਿੱਚ ਬੈਠਣ ਦੀ ਇਜਾਜ਼ਤ ਨਾ ਦਿੱਤੀ ਜਾਏ। ਮਜਬੂਰਨ ਹੋ ਕਰਕੇ ਉਹਨਾਂ ਨੂੰ ਆਪਣਾ ਸੰਘਰਸ਼ ਹਰਿਆਣੇ ਜਾ ਕਰਕੇ ਸ਼ੁਰੂ ਕਰਨਾ ਪਿਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਰਦਾਰ ਦੀ ਗੱਲ ਤਾਂ ਇੱਥੇ ਹੈ। ਹੁਣ ਅੱਗੇ ਚਲੀਏ, ਬਾਬਾ ਸੂਰਤ ਸਿੰਘ ਦੀ ਗੱਲ ਕਰੀਏ। ਗੁਰੂ ਸਿੰਘ ਜੀ ਖਾਲਸਾ 2015 ਵਿੱਚ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਦ 2015 ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਉਸ ਵੇਲੇ ਬਾਦਲ ਸਰਕਾਰ ਸੀਗਾ। ਫਿਰ ਉਹਨਾਂ ਨੂੰ ਜਿਹੜਾ ਬੰਦੀ ਸਿੰਘਾਂ ਦੀ ਗੱਲ ਕਰਨ ਵਾਸਤੇ ਭੁੱਖ ਹੜਤਾਲ ਤੇ ਬੈਠਾ ਉਹਨੂੰ ਹੀ ਬੰਦੀ ਬਣਾਤਾ, ਉਹਦੇ ਆਲੇ ਦੁਆਲੇ ਫੋਰਸਿਸ ਲਾਤੀਆਂ, ਉਹ ਬੰਦੀ ਬਣ ਗਿਆ। ਤੇ ਅੱਜ 7 ਸਾਲ ਹੋ ਗਏ ਨੇ ਉਸ ਵਿਅਕਤੀ ਨੂੰ ਭੁੱਖ ਹੜਤਾਲ ਤੇ ਬੈਠੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਨੇ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਚੁਣਾਵੀ ਦੌਰ ਵਿੱਚ ਨਹੀਂ ਬਲਕਿ ਸਾਲ ਦੇ ਹਰ ਦਿਨ ਲੋਕਾਂ ਵਿੱਚ ਵੀ ਵਿਚਰਨ ਵਾਲੀ ਪਾਰਟੀ ਹੈ। ਉਹਨਾਂ ਦੱਸਿਆ ਕਿ 14 ਮਈ ਨੂੰ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਇੱਕ ਦਿਨਾਂ ਪੰਜਾਬ ਦੌਰੇ ਤੇ ਆ ਰਹੇ ਹਨ, ਜਿਸ ਵਿੱਚ ਉਹ ਲੁਧਿਆਣਾ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਨਗੇ। JP ਨੱਡਾ ਦੇ ਦੌਰੇ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸੰਬੰਧੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।